ਸਤਿ ਸ਼੍ਰੀ ਅਕਾਲ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀਆਂ ਪੋਸਟਾਂ ਸੀ ਜਿਹੜੀਆਂ ਜਿਨ੍ਹਾਂ ਦਾ ਸਟੂਡੈਂਟਸ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ, ਉਸ ਦਾ ਨੋਟੀਫਿਕੇਸ਼ਨ ਹੈ ਜਿਹੜਾ ਫਾਈਨਲੀ ਉਹ ਆਊਟ ਹੋ ਚੁੱਕਿਆ ਹੈ। ਠੀਕ ਹੈ, ਡਿਟੇਲ ਵਿੱਚ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੇ ਕੌਣ ਐਲੀਜੀਬਲ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਇਸ ਵਿੱਚ ਕਲਰਕ ਦੀਆਂ ਜਿਹੜੀਆਂ 700 ਦੇ ਕਰੀਬ ਪੋਸਟਾਂ ਨੇ, ਬਹੁਤ ਬੜਾ ਅਮਾਊਂਟ ਹੈ। 700 ਦੇ ਕਰੀਬ ਪੋਸਟਾਂ ਨੇ, ਬਹੁਤ ਸਾਰੇ ਸਟੂਡੈਂਟਸ ਨੂੰ ਇਸ ਵਾਰ ਨੌਕਰੀ ਮਿਲਣ ਜਾ ਰਹੀ ਹੈ ਇਹ। ਠੀਕ ਹੈ, 700 ਬਹੁਤ ਬੜਾ ਅਮਾਊਂਟ ਹੁੰਦਾ ਹੈ। ਤੁਸੀਂ ਐਲੀਜੀਬਲ ਹੋ ਜਿੰਨੇ ਵੀ ਗ੍ਰੈਜੂਏਸ਼ਨ ਵਾਲੇ ਸਾਰੇ ਇਸ ਦੇ ਲਈ, ਇਸ ਲਈ ਸਾਰੇ ਅਪਲਾਈ ਕਰਿਓ। ਤੁਹਾਨੂੰ ਪੂਰਾ ਪ੍ਰੋਸੈਸ ਮੈਂ ਡਿਟੇਲ ਵਿੱਚ ਦੱਸਦਾ, ਪੂਰੀ ਵੀਡੀਓ ਧਿਆਨ ਨਾਲ ਦੇਖਿਓ। ਠੀਕ ਹੈ, ਸਭ ਤੋਂ ਪਹਿਲਾਂ ਦੱਸ ਮੈਂ ਤੁਹਾਨੂੰ ਕਿਹੜੀਆਂ ਪੋਸਟਾਂ ਇਸ ਵਿੱਚ ਸੀਨੀਅਰ ਮੈਨੇਜਰ, ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਹੈ ਅਤੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ, ਜਿਹੜੇ ਤੁਹਾਨੂੰ ਦੱਸ ਕੇ ਹਟਿਆ 700 ਦੇ ਕਰੀਬ ਪੋਸਟਾਂ ਨੇ। ਸਟੈਨੋਟਾਈਪਿਸਟ ਦੀਆਂ ਪੋਸਟਾਂ ਨੇ। ਠੀਕ ਹੈ, ਇਹ ਸਾਰੀਆਂ ਪੋਸਟਾਂ ਇਸ ਵਿੱਚ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹ ਕਦੋਂ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ। ਠੀਕ ਹੈ, ਇਹ ਜਿਹਨੂੰ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਉਹ 20/5/2021 ਫਾਈਨਲ ਰੱਖੀ ਗਈ ਹੈ। ਠੀਕ ਹੈ, ਬਹੁਤ ਘੱਟ ਸਮਾਂ ਤੁਹਾਡੇ ਕੋਲ, ਤਕਰੀਬਨ 20 ਹੀ ਦਿਨ ਨੇ। ਸਾਰੇ ਜਣੇ ਇਸ ਨੂੰ ਅਪਲਾਈ ਕਰ ਲਿਓ, ਕਿਉਂਕਿ ਬਾਅਦ ਵਿੱਚ ਕਈ ਵਾਰੀ ਸਾਈਟ 'ਤੇ ਰਸ਼ ਹੋ ਜਾਂਦਾ ਹੈ। ਲਾਸਟ ਦਿਨਾਂ ਦੀ ਵੇਟ ਨਾ ਕਰਿਓ, ਹੁਣੇ ਹੀ ਇਸ ਨੂੰ ਸਾਰੇ ਜਣੇ ਅਪਲਾਈ ਕਰ ਲਿਓ। ਅਪਲਾਈ ਕਿੱਥੇ ਕਰਨਾ ਤੁਸੀਂ ਉਹ ਤੁਹਾਨੂੰ ਦੱਸ ਦੇਵਾਂ। ਇਹ ਦਿੱਤੀ ਹੋਈ ਹੈ www.pscb.in। ਇਸ ਸਾਈਟ 'ਤੇ ਜਾ ਕੇ, ਇਹਨਾਂ ਦੀ ਆਫੀਸ਼ੀਅਲ ਸਾਈਟ ਹੈ, ਇੱਥੇ ਜਾ ਕੇ ਤੁਸੀਂ ਜਿਹੜਾ ਇਸ ਨੂੰ ਅਪਲਾਈ ਕਰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਗੱਲ ਕਰਦੇ ਹਾਂ ਸੀਨੀਅਰ ਮੈਨੇਜਰ ਦੀ। ਠੀਕ ਹੈ, ਸੀਨੀਅਰ ਮੈਨੇਜਰ ਦੇ ਲਈ ਕੀ ਕੁਆਲੀਫਿਕੇਸ਼ਨ ਹੈ। ਗ੍ਰੈਜੂਏਟ ਵਿੱਚ ਪੋਸਟ ਗ੍ਰੈਜੂਏਟ ਤੁਹਾਡੇ 50% ਨੰਬਰ ਹੋਣੇ ਚਾਹੀਦੇ ਹਨ, ਜਾਂ ਫਿਰ ਤੁਸੀਂ MBA ਕੀਤੀ ਹੋਵੇ ਉਸ ਵਿੱਚ 50% ਨੰਬਰ, ਜਾਂ ਫਿਰ ਚਾਰਟਰਡ ਅਕਾਊਂਟੈਂਟ ਕੀਤਾ ਹੋਵੇ ਉਸ ਵਿੱਚ ਇਹ ਕੋਈ ਨੰਬਰ ਦੇ ਇਹਨਾਂ ਨੇ ਦਿੱਤਾ ਨਹੀਂ ਹੈਗਾ। ਗ੍ਰੈਜੂਏਸ਼ਨ ਵਿੱਚ ਤੁਹਾਡੇ 55% ਤੋਂ ਵੱਧ ਨੰਬਰ ਜਿਹੜੇ ਹੋਣ, ਜਾਂ ਫਿਰ ਤੁਸੀਂ ਗ੍ਰੈਜੂਏਟ ਹੋਵੋ ਵਿਦ ਕੈਬ, ਇਹ ਦੋਨੋਂ ਕਿਤੇ ਹੋਣ। ਇਸ ਵਿੱਚ ਵੀ ਤੁਸੀਂ ਇਹ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਅਤੇ ਸਭ ਤੋਂ ਜ਼ਰੂਰੀ ਗੱਲ, ਇਹ ਸਿਰਫ ਉਹ ਸਟੂਡੈਂਟਸ ਹੀ ਅਪਲਾਈ ਕਰ ਸਕਦੇ ਹਨ ਸੀਨੀਅਰ ਮੈਨੇਜਰ ਦੀ ਜਿਨ੍ਹਾਂ ਕੋਲ ਕਿ ਕੈਂਡੀਡੇਟ ਮਸਟ ਹੈਵ ਬੀਨ ਰਿਕਰੂਟਡ ਐਟ ਲੀਸਟ ਸਕੇਲ 1 ਦਾ ਪ੍ਰੋਵੀਜ਼ਨ ਆਫਿਸਰ ਦਾ ਜਿਹੜਾ ਐਕਸਪੀਰੀਅੰਸ ਹੈ, ਜਿਨ੍ਹਾਂ ਕੋਲ 5 ਇਅਰਸ ਦਾ ਹੋਵੇ। ਠੀਕ ਹੈ, ਇਸ ਲਈ ਇਹ ਬਹੁਤ ਘੱਟ ਸਟੂਡੈਂਟਸ ਹੋਣਗੇ ਜਿਹੜੇ ਇਸ ਲਈ ਐਲੀਜੀਬਲ ਹੋਣਗੇ, ਪਰੰਤੂ ਜਿਹੜੇ ਐਲੀਜੀਬਲ ਹੋਣਗੇ ਉਹਨਾਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ ਸੀਨੀਅਰ ਮੈਨੇਜਰ ਬਣਨ ਦਾ। ਬਹੁਤ ਵੱਡੀ ਪੋਸਟ ਹੈ, ਨਾਮ ਤੋਂ ਹੀ ਤੁਸੀਂ ਦੇਖ ਲਵੋ ਸੀਨੀਅਰ ਮੈਨੇਜਰ। ਠੀਕ ਹੈ, ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਵੱਡੀ ਪੋਸਟ ਹੈ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਅਗਲੀ ਪੋਸਟ ਜਿਹੜੀ ਆਪਣੇ ਕੋਲ ਇਸ ਵਿੱਚ ਹੈ, ਮੈਨੇਜਰ ਦੀ ਪੋਸਟ ਹੈ। ਉਹ ਮੈਨੇਜਰ ਦੀ ਪੋਸਟ ਦੇ ਲਈ ਕੌਣ ਅਪਲਾਈ ਕਰ ਸਕਦਾ ਹੈ। ਮੈਨੇਜਰ ਦੀ ਪੋਸਟ ਦੇ ਲਈ ਜਿਹੜਾ ਪੋਸਟ ਗ੍ਰੈਜੂਏਟ ਹੈ ਕੋਈ ਵੀ, ਉਹ 50% ਨੰਬਰਾਂ ਨਾਲ ਉਹ ਅਪਲਾਈ ਕਰ ਸਕਦਾ ਹੈ। ਸੇਮ MBA ਵਿੱਚ 50% ਨੰਬਰ, ਚਾਰਟਰਡ ਅਕਾਊਂਟੈਂਟ ਗ੍ਰੈਜੂਏਸ਼ਨ ਵਿੱਚ 55% ਨੰਬਰ। ਇਸ ਲਈ ਬਹੁਤ ਸਾਰੇ ਸਟੂਡੈਂਟ ਜਿਹੜੇ ਐਲੀਜੀਬਲ ਹੋਣਗੇ, ਕਿਉਂਕਿ ਇਸ ਵਿੱਚ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਤੁਹਾਡੇ ਤੋਂ। ਮਤਲਬ ਜਿੰਨੇ ਵੀ ਗ੍ਰੈਜੂਏਟ ਹੈ 55% ਤੋਂ ਵੱਧ ਨੰਬਰ ਹੈ, ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਵਧੀਆ ਪੋਸਟ ਹੈ। ਠੀਕ ਹੈ, ਅਪਲਾਈ ਕਰੋ। ਅੱਗੇ ਪੋਸਟ ਹੈ ਆਪਣੇ ਕੋਲ ITA, 50% ਮਾਰਕਸ ਇਸ ਵਿੱਚ ਇਹ ITO ਦੀ ਪੋਸਟ ਜਿਹੜੀ 50% ਮਾਰਕਸ ਦੇ ਇਸ ਲਈ ਐਲੀਜੀਬਲ ਹਨ MCA ਅਤੇ MSc IT ਵਾਲੇ। ਠੀਕ ਹੈ, ਹੋਰ ਕੋਈ ਇਸ ਨੂੰ ਅਪਲਾਈ ਨਹੀਂ ਕਰ ਪਾਵੇਗਾ। ਇਸ ਤੋਂ ਇਲਾਵਾ ਜਿਹੜੇ ਇਸ ਵਿੱਚ ਹੋਰ ਨੇ BE BTech 55% ਨੰਬਰਾਂ ਨਾਲ ਵਾਲੇ ਵੀ ITO ਨੂੰ ਅਪਲਾਈ ਕਰ ਸਕਦੇ। ਸਭ ਤੋਂ ਵੱਡੀ ਪੋਸਟ ਹੁਣ ਆਪਾਂ ਗੱਲ ਕਰਦੇ ਹਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ। 739 ਪੋਸਟਾਂ ਨੇ, ਬਹੁਤ ਬੜਾ ਅਮਾਊਂਟ ਹੈ। ਗ੍ਰੈਜੂਏਸ਼ਨ ਜਿਨ੍ਹਾਂ ਨੇ 2nd ਡਿਵੀਜ਼ਨ ਵਿੱਚ ਪਾਸ ਕੀਤੀ ਹੈ, ਕੋਈ ਵੀ ਸਟੂਡੈਂਟਸ ਹੈ ਜਿਸਨੇ ਗ੍ਰੈਜੂਏਸ਼ਨ 2nd ਡਿਵੀਜ਼ਨ ਵਿੱਚ ਪਾਸ ਕੀਤੀ ਹੈ, ਉਹ ਇਸ ਨੂੰ ਅਪਲਾਈ ਕਰ ਸਕਦਾ। ਜਾਂ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਸਟੂਡੈਂਟਸ ਨੇ ਕਿਸੇ ਵੀ ਸਟਰੀਮ ਵਿੱਚ, ਉਹ ਵੀ ਅਪਲਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਜਿਹੜਾ ਇਸ ਦੇ ISO ਦਾ ਤੁਹਾਡੇ ਕੋਲ ਘੱਟੋ ਘੱਟ ਮਿਨੀਮਮ 6 ਮੰਥ ਦਾ ਜਿਹੜਾ ਕੰਪਿਊਟਰ ਸਰਟੀਫਿਕੇਟ ਹੈ ਜਿਹੜਾ ਉਹ ਹੋਣਾ ਲਾਜ਼ਮੀ ਹੈ। ਠੀਕ ਹੈ, ਮਿਨੀਮਮ 6 ਮੰਥ ਦਾ ਤੁਹਾਡੇ ਕੋਲ ISO ਦਾ ਕੰਪਿਊਟਰ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਪੰਜਾਬੀ ਪਾਸ ਕੀਤੀ ਹੋਵੇ। ਠੀਕ ਹੈ, ਸਾਰੇ ਜਣੇ ਅਪਲਾਈ ਕਰਿਓ। 739 ਪੋਸਟਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਇਸ ਤੋਂ ਇਲਾਵਾ ਸਟੈਨੋਟਾਈਪਿਸਟ ਦੀਆਂ ਇਹ ਪੋਸਟਾਂ ਥੋੜ੍ਹੀਆਂ ਘੱਟ ਨੇ, 10 ਪੋਸਟਾਂ ਨੇ, ਇਹ ਵੀ ਸੇਮ ਹੀ ਐਲੀਜੀਬਿਲਟੀ ਹੈ। ਠੀਕ ਹੈ, ਅੱਗੇ ਆਪਾਂ ਹੁਣ ਗੱਲ ਕਰਦੇ ਹਾਂ ਇਸ ਜਿਹੜੀ ਪੋਸਟਾਂ ਦੀ ਕੈਟੇਗਰੀ ਵਾਈਜ਼ ਵੰਡ ਕੀਤੀ ਹੋਈ ਹੈ। ਇਹ ਤੁਸੀਂ ਸਕਰੀਨਸ਼ਾਟ ਲੈ ਲਿਓ, ਜਾਂ ਫਿਰ ਮੈਂ ਤੁਹਾਨੂੰ ਇਸ ਦਾ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਲਿੰਕ ਦੇ ਦੇਵਾਂਗਾ, ਉੱਥੋਂ ਜਾ ਕੇ ਤੁਸੀਂ ਅਪਲਾਈ ਕਰ ਲਿਓ। ਟੋਟਲ ਪੋਸਟਾਂ ਜਿਹੜੀਆਂ ਆਪਣੇ ਕੋਲ 856 ਬਣਦੀਆਂ ਨੇ। ਮੈਂ ਤੁਹਾਨੂੰ ਮੇਨ ਦੱਸ ਦੇਣਾ, ਜਿਵੇਂ ਕਿ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਹੈ ਜਿਹੜਾ, ਉਸ ਦੇ ਲਈ ਆਪਣੇ ਕੋਲ ਜਨਰਲ ਕੈਂਡੀਡੇਟ ਹੈ ਜਿਹੜੇ, ਉਹ ਜਨਰਲ ਕੈਂਡੀਡੇਟ ਦੀਆਂ 174 ਪੋਸਟਾਂ ਬਣਦੀਆਂ ਨੇ। ਠੀਕ ਹੈ, ਜਿਨ੍ਹਾਂ ਵਿੱਚੋਂ ਫੀਮੇਲ ਕੈਂਡੀਡੇਟ 76 ਪੋਸਟਾਂ ਬਣਦੀਆਂ ਨੇ। ਬਹੁਤ ਬੜਾ ਅਮਾਊਂਟ ਹੈ, ਸਾਰੇ ਜਣੇ ਇਸ ਲਈ ਐਲੀਜੀਬਲ ਹਨ, ਅਪਲਾਈ ਕਰੋ ਜ਼ਰੂਰ। ਅੱਗੇ ਗੱਲ ਕਰਦੇ ਹਾਂ ਹੋਰ ਇਸ ਵਿੱਚ ਟਰਮ ਐਂਡ ਕੰਡੀਸ਼ਨ ਕੀ ਨੇ। ਟਰਮ ਐਂਡ ਕੰਡੀਸ਼ਨ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਲਵੋ, ਇਸ ਵਿੱਚ ਫੀਸ ਹੈ ਜਿਹੜੀ ਉਹ ਜਨਰਲ ਕੈਟਾਗਰੀ ਦੀ ਲਈ ਰਹੀ ਹੋਗੀ 1400 ਰੁਪਏ। ਠੀਕ ਹੈ, SC ਅਤੇ BC ਹੋਰ ਸਾਰੇ ਕੈਟੇਗਰੀਆਂ ਦੀ ਲਈ ਰਹੀ ਹੈਗੀ 700 ਰੁਪਏ। ਠੀਕ ਹੈ, ਇਹ ਨਾਨ ਰਿਫੰਡੇਬਲ ਅਮਾਊਂਟ ਹੋਵੇਗਾ। ਠੀਕ ਹੈ, ਇਸ ਤੋਂ ਇਲਾਵਾ ਜਿਹੜੇ 40% ਨੰਬਰ ਨੇ ਜਨਰਲ ਕੈਟਾਗਰੀ ਵਿੱਚ, ਜਾਂ ਫਿਰ SC BC ਵਿੱਚ 35% ਨੰਬਰ, ਉਹੀ ਰਿਟਨ ਪੇਪਰ ਵਿੱਚ ਜਿਹੜੇ ਇਸ ਵਿੱਚ ਐਲੀਜੀਬਲ ਹੋਣਗੇ। ਇਸ ਤੋਂ ਘੱਟ ਨੰਬਰਾਂ ਵਾਲੇ ਸਟੂਡੈਂਟਸ ਜਿਹੜੇ ਐਲੀਜੀਬਲ ਨਹੀਂ ਹੋਣਗੇ। ਠੀਕ ਹੈ, ਏਜ ਲਿਮਿਟ ਇਹਨਾਂ ਨੇ ਆਪਾਂ ਨੂੰ ਦੱਸ ਦਿੱਤੀ। ਏਜ ਲਿਮਿਟ ਕੀ ਰੱਖੀ ਹੈ ਇਹਨਾਂ ਨੇ, 18 ਤੋਂ ਲੈ ਕੇ 37 ਸਾਲ ਤੱਕ ਰੱਖੀ ਹੈ ਅਪਰ ਏਜ ਲਿਮਿਟ।
ਇਸ ਤੋਂ ਇਲਾਵਾ SCBC ਜਿਹੜਾ ਉਹਨਾਂ ਨੂੰ 42 ਸਾਲ ਤੱਕ ਮਿਲੇਗੀ, ਠੀਕ ਹੈ। ਅਤੇ ਡਿਸਟ੍ਰਿਕਟ ਪੰਜਾਬ ਜਿਹੜੇ ਬੈਂਕ ਵਿੱਚ ਨੌਕਰੀ ਕਰਦੇ ਨੇ ਕੋਆਪਰੇਟਿਵ ਬੈਂਕ, ਉਹਨਾਂ ਲਈ ਜਿਹੜੀ 47 ਸਾਲ ਰੱਖੀ ਗਈ ਹੈ ਏਜ ਰਿਲੈਕਸੇਸ਼ਨ, ਠੀਕ ਹੈ। ਇਸ ਤੋਂ ਇਲਾਵਾ ਹੋਰ ਇਸ ਵਿੱਚ ਕੁਝ ਖਾਸ ਨਹੀਂ ਦਿੱਤਾ ਹੋਇਆ, ਤੁਸੀਂ ਡਿਟੇਲ ਵਿੱਚ ਆਪਣਾ ਪੜ੍ਹ ਸਕਦੇ ਹੋ। ਇਹ ਤੁਹਾਨੂੰ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਟੈਲੀਗ੍ਰਾਮ 'ਤੇ ਮਿਲ ਜਾਵੇਗਾ, ਠੀਕ ਹੈ। ਬਾਕੀ ਇੰਸਟਰਕਸ਼ਨਾਂ ਹੁਣ ਆਪਾਂ ਦੇਖਦੇ ਹਾਂ ਇਹਨਾਂ ਦਾ ਸੈਲਰੀ ਪਰਪਸ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖੋ ਸੀਨੀਅਰ ਮੈਨੇਜਰ ਦਾ ਜਿਹੜਾ ਬੇਸਿਕ ਪੇ ਹੋਵੇਗੀ ਉਹ 35,400 ਹੋਵੇਗੀ। ਮੈਨੇਜਰ ਦੀ ਜਿਹੜੀ ਬੇਸਿਕ ਪੇ ਹੋਵੇਗੀ ਉਹ 29,200 ਹੋਵੇਗੀ। ਇਹ ਸਾਰੇ ਸੈਂਟਰ ਦੇ ਇਹ 7th ਪੇ ਦੇ ਮੈਟ੍ਰਿਕਸ ਦੇ ਹਿਸਾਬ ਨਾਲ ਹੀ ਹਨ, ਠੀਕ ਹੈ। IT ਆਫਿਸਰ ਦੀ ਹੋਵੇਗੀ ਜਿਹੜੀ ਉਹ 25,500 ਹੋਵੇਗੀ। ਸਟੈਨੋਟਾਈਪਿਸਟ ਦੀ ਜਿਹੜੀ ਹੋਵੇਗੀ ਸੈਲਰੀ ਉਹ 21,700 ਹੋਵੇਗੀ। ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ 19,900 ਹੋਵੇਗੀ, ਠੀਕ ਹੈ। ਜਿਹੜੀ ਸੈਲਰੀ ਹੋਵੇਗੀ ਇਹ ਸੈਲਰੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਇੱਕ ਤਰ੍ਹਾਂ ਨਾਲ PTPLS ਵੀ ਕਲਰਕ ਦੇ ਬਰਾਬਰ ਹੀ ਹੈ। ਤੁਸੀਂ ਇਸ ਨੂੰ ਸੇਮ ਹੀ ਮੰਨ ਕੇ ਚੱਲਿਓ, ਠੀਕ ਹੈ। ਅੱਗੇ ਇੰਸਟਰਕਸ਼ਨ ਦਿੱਤੀਆਂ ਹੋਈਆਂ ਤੁਸੀਂ ਕੀ ਲੈ ਕੇ ਜਾਣਾ, ਸਾਰਾ ਕੁਝ ਜਿੱਦਾਂ ਵੀ ਹੁੰਦਾ। ਸੀਨੀਅਰ ਮੈਨੇਜਰ ਦਾ ਸਿਲੇਬਸ ਦਿੱਤਾ ਹੋਇਆ ਹੈ, ਦੇਖ ਸਕਦੇ ਹੋ ਤੁਸੀਂ। ਬੈਂਕਿੰਗ 40 ਨੰਬਰ ਦੀ, ਕੰਪਿਊਟਰ 10 ਨੰਬਰ ਦਾ, ਰੀਜਨਿੰਗ 10 ਨੰਬਰ ਦੀ, ਮੈਥ 10 ਨੰਬਰ ਦਾ, ਜਨਰਲ ਅਵੇਅਰਨੈਸ 20 ਨੰਬਰ ਦੀ, ਇੰਗਲਿਸ਼ 10 ਨੰਬਰ ਦੀ, ਟੋਟਲ 100 ਨੰਬਰ ਦਾ ਪੇਪਰ ਇੱਥੇ ਹੋਣਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ, ਇਹ ਡਿਟੇਲ ਵਿੱਚ ਸਿਲੇਬਸ ਦਿੱਤਾ ਹੋਇਆ ਹੈ, ਠੀਕ ਹੈ। ਤੁਸੀਂ ਇਸ ਨੂੰ ਪੜ੍ਹ ਲਿਓ ਆਪ। ਉਸ ਤੋਂ ਇਲਾਵਾ ਮੈਨੇਜਰ ਦਾ ਸਿਲੇਬਸ ਦਿੱਤਾ ਹੋਇਆ ਹੈ, ਇਸ ਵਿੱਚ ਕੰਪਿਊਟਰ ਦੇ 10 ਕੁਐਸਚਨ, ਰੀਜਨਿੰਗ ਦੇ 15, ਮੈਥ ਦੇ 15, ਜਨਰਲ ਅਵੇਅਰਨੈਸ ਅਤੇ ਬੈਂਕਿੰਗ ਦੇ 35, ਪੰਜਾਬੀ ਦੇ 10, ਇੰਗਲਿਸ਼ ਦੇ 35, ਟੋਟਲ 100 ਨੰਬਰ ਜਿਹੜਾ ਤੁਹਾਡਾ ਪੇਪਰ ਹੈ ਇੱਥੇ ਹੋਵੇਗਾ। ਬਾਕੀ ਡਿਟੇਲ ਵਿੱਚ ਸਿਲੇਬਸ ਹੈ, ਖੁਦ ਰੀਡ ਕਰ ਲਿਓ ਤੁਸੀਂ ਇਹ। ਇਸ ਤੋਂ ਇਲਾਵਾ IT ਆਫਿਸਰ ਦਾ ਵੀ ਦਿੱਤਾ ਹੋਇਆ ਇਹਨਾਂ ਨੇ ਸਿਲੇਬਸ। ਇਸ ਵਿੱਚ IT ਦੇ ਜਿਹੜੇ 45 ਕੁਐਸਚਨ ਹੋਣਗੇ, ਰੀਜਨਿੰਗ ਦੇ 10, ਮੈਥ ਦੇ 10, ਜਨਰਲ ਅਵੇਅਰਨੈਸ ਐਂਡ ਬੈਂਕਿੰਗ ਦੇ 15, ਪੰਜਾਬੀ ਦੇ 10 ਅਤੇ 10 ਇੰਗਲਿਸ਼ ਦੇ, ਟੋਟਲ 100 ਨੰਬਰ ਦਾ ਪੇਪਰ ਇਹ ਵੀ ਜਿਹੜਾ ਤੁਹਾਡਾ ਹੋਵੇਗਾ, ਠੀਕ ਹੈ। ਅਤੇ ਹੁਣ ਆਪਾਂ ਲਾਸਟ ਗੱਲ ਕਰਦੇ ਹਾਂ, ਸਭ ਤੋਂ ਜਿਹੜਾ ਇੰਪੋਰਟੈਂਟ ਆਪਣੇ ਲਈ ਜਿਹੜਾ ਸਾਰੇ ਸਟੂਡੈਂਟਸ ਨੇ ਬਹੁਤ ਜ਼ਿਆਦਾ ਨੇ ਅਪਲਾਈ ਕਰਨਾ ਹੈ, ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ। ਇਸ ਵਿੱਚ 15 ਨੰਬਰ ਦਾ ਤੁਹਾਡਾ ਕੰਪਿਊਟਰ ਹੋਏਗਾ, 15 ਦੀ ਰੀਜਨਿੰਗ, 15 ਦਾ ਹੀ ਮੈਥ ਅਤੇ 25 ਦੇ ਜਿਹੜੇ ਤੁਹਾਡੇ GK ਅਤੇ ਬੈਂਕਿੰਗ ਦੇ ਕੁਐਸਚਨ ਹੋਣਗੇ। 15 ਦੀ ਪੰਜਾਬੀ ਹੋਏਗੀ ਅਤੇ 15 ਦੀ ਹੀ ਇੰਗਲਿਸ਼, ਟੋਟਲ 200 ਨੰਬਰ ਦਾ ਜਿਹੜਾ ਪੇਪਰ ਹੈ ਤੁਹਾਡਾ ਇੱਥੇ ਇਹ ਹੋਵੇਗਾ, ਠੀਕ ਹੈ। ਬਾਕੀ ਸਾਰਾ ਡਿਟੇਲ ਵਿੱਚ ਸਿਲੇਬਸ ਦਿੱਤਾ ਹੋਇਆ ਹੈ ਅੱਗੇ, ਤੁਸੀਂ ਇਸ ਨੂੰ ਚੰਗੀ ਤਰ੍ਹਾਂ ਰੀਡ ਕਰ ਲਿਓ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੀ ਸਿਲੇਬਸ ਹੈ, ਠੀਕ ਹੈ। ਕਿਉਂਕਿ ਇਹੀ ਪੇਪਰ ਵੀ ਜਿਹੜਾ ਤੁਹਾਡਾ ਹੋਣਾ ਹੈ। ਬਾਕੀ ਇਸ ਵਿੱਚ ਇਹਨਾਂ ਨੇ ਟਾਈਪਿੰਗ ਬਾਰੇ ਕੁਝ ਮੈਂਸ਼ਨ ਨਹੀਂ ਕੀਤਾ। ਬਾਕੀ ਅੱਗੇ ਜੇ ਕੋਈ ਵੀ ਆਉਂਦਾ ਹੈ ਤਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਾ ਦੇਵਾਂਗਾ। ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਿਓ। ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵੀ ਪੋਸਟਾਂ ਪੰਜਾਬ ਸਰਕਾਰ ਕੱਢਦੀ ਹੈ ਤਾਂ ਨਾਲ ਦੀ ਨਾਲ ਅਸੀਂ ਤੁਹਾਨੂੰ ਅਪਡੇਟ ਕਰਵਾ ਦਿੰਦੇ ਹਾਂ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਹਰੇਕ ਲੇਟੈਸਟ ਅਪਡੇਟ ਅਤੇ ਆਉਣ ਵਾਲੀ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਇਸ ਤੋਂ ਇਲਾਵਾ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਵੀ ਜੁਆਇਨ ਕਰ ਲਿਓ, ਕਿਉਂਕਿ ਜਿਹੜੇ ਨੋਟੀਫਿਕੇਸ਼ਨਾਂ 'ਤੇ ਅਪਡੇਟ ਤੇ ਵੀਡੀਓ ਨਹੀਂ ਬਣਾ ਪਾਉਂਦੇ ਸੀ ਉਹਨਾਂ ਦੇ ਲਿੰਕ ਅਸੀਂ ਤੁਹਾਨੂੰ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ 'ਤੇ ਦੇ ਦਿੰਦੇ ਹਾਂ। ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਅਪਡੇਟ ਹੁੰਦੇ ਰਹਿੰਦੇ ਹੋ, ਠੀਕ ਹੈ। ਅੱਜ ਦੀ ਵੀਡੀਓ 'ਚ ਇੰਨਾ ਹੀ, ਧੰਨਵਾਦ।